ਪਿਆਰੇ ਵਿਦਿਆਰਥੀਓ, ਅੱਜ ਅਸੀਂ 7ਵੀਂ ਜਮਾਤ ਦੇ ਇਤਿਹਾਸ ਦਾ ਪਾਠ ਨੰਬਰ 11 ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਨਵੇਂ ਰਾਜ ਅਤੇ ਰਾਜੇ। ਆਹ ਤੁਸੀਂ ਸਾਹਮਣੇ ਭਾਰਤ ਦਾ ਨਕਸ਼ਾ ਦੇਖ ਰਹੇ ਹੋ। ਇਸ ਨਕਸ਼ੇ ਦੇ ਵਿੱਚ ਕੁਝ ਵੰਸ਼ ਦਿਖਾਏ ਗਏ ਨੇ, ਜਿਵੇਂ ਚੌਹਾਨ ਵੰਸ਼, ਚਾਹਮਾਨ, ਗੁਰਜਰ ਪ੍ਰਤਿਹਾਰ, ਰਾਸ਼ਟਰਕੂਟ, ਪਾਲ ਵੰਸ਼। ਸਭ ਤੋਂ ਪਹਿਲਾਂ ਅਸੀਂ ਗੁਰਜਰ ਪ੍ਰਤਿਹਾਰ ਵੰਸ਼ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਸ ਵੰਸ਼ ਦੇ ਸ਼ਾਸਕ ਰਾਜਸਥਾਨ ਅਤੇ ਗੁਜਰਾਤ ਵਿੱਚ ਰਾਜ ਕਰਦੇ ਸੀ। ਨਾਗਾ ਭੱਟ ਪਹਿਲਾ 725 ਈਸਵੀ ਦੇ ਵਿੱਚ ਇਸ ਵੰਸ਼ ਦਾ ਪ੍ਰਮੁੱਖ ਰਾਜਾ ਹੋਇਆ ਅਤੇ ਉਸ ਤੋਂ ਬਾਅਦ ਮਿਹਿਰ ਭੋਜ, ਜਿਸ ਦੇ ਨਾਮ ਤੇ ਬਹੁਤ ਸਾਰੀਆਂ ਕਹਾਣੀਆਂ ਵੀ ਮਸ਼ਹੂਰ ਨੇ ਰਾਜਾ ਭੋਜ ਦੀਆਂ, ਉਹ ਹੋਇਆ। ਇਹ ਭਾਰਤ ਦੇ ਨਕਸ਼ੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਹੜੇ ਵੰਸ਼ ਦੇ ਨਾਲ ਕਿਸ ਸ਼ਾਸਕ ਦਾ ਸੰਬੰਧ ਸੀ। ਨਾਗਾ ਭੱਟ ਪ੍ਰਤਿਹਾਰ ਵੰਸ਼ ਦਾ ਸੰਸਥਾਪਕ ਸੀ ਤੇ ਮਿਹਿਰ ਭੋਜ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ ਤੇ ਪ੍ਰਤਿਹਾਰ ਸ਼ਾਸਨ ਰਾਜਸਥਾਨ ਅਤੇ ਗੁਜਰਾਤ ਦੇ ਵਿੱਚ ਸੀ। ਹੁਣ ਅਸੀਂ ਪਾਲ ਵੰਸ਼ ਦੀ ਗੱਲ ਕਰਾਂਗੇ। ਪਾਲ ਵੰਸ਼ ਦਾ ਪਹਿਲਾ ਸ਼ਾਸਕ ਗੋਪਾਲ ਸੀ, ਜਿਹੜਾ ਕਿ 750 ਈਸਵੀ ਦੇ ਵਿੱਚ ਹੋਇਆ। ਉਸ ਤੋਂ ਬਾਅਦ ਇਸ ਵੰਸ਼ ਦਾ ਪ੍ਰਮੁੱਖ ਸ਼ਾਸਕ ਧਰਮਪਾਲ ਹੋਇਆ। ਪਾਲ ਵੰਸ਼ ਦੇ ਸਮੇਂ ਭਾਰਤ ਵਿੱਚ ਭਵਨ ਉਸਾਰੀ, ਚਿੱਤਰਕਾਰੀ, ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਤਰੱਕੀ ਹੋਈ। ਇਹ ਸਭ ਬੁੱਧ ਧਰਮ ਦੇ ਅਨੁਯਾਈ ਸਨ। ਇਹ ਤੁਸੀਂ ਸਾਹਮਣੇ ਤਸਵੀਰ ਵਿੱਚ ਦੇਖ ਰਹੇ ਹੋ ਕਿ ਦੱਖਣ ਭਾਰਤ ਦੇ ਵਿੱਚ ਕਿਤਨੇ ਸੁੰਦਰ ਮੰਦਿਰਾਂ ਦਾ ਨਿਰਮਾਣ ਕਰਵਾਇਆ ਗਿਆ। ਹੁਣ ਅਸੀਂ ਅਭਿਆਸ ਕਰਾਂਗੇ। ਖਾਲੀ ਸਥਾਨ ਭਰੋ। ਧਰਮਪਾਲ ਪਾਲ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ਤੇ ਪਾਲ ਸ਼ਾਸਕਾਂ ਦੇ ਸਮੇਂ ਭਵਨ ਉਸਾਰੀ, ਚਿੱਤਰਕਾਰੀ, ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਉન્નਤੀ ਹੋਈ। ਤੇ ਪਾਲ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ? ਗੋਪਾਲ ਨੇ 750 ਈਸਵੀ ਵਿੱਚ। ਤੇ ਪਾਲ ਸ਼ਾਸਕ ਜਿਹੜੇ ਸੀ ਇਹ ਬੁੱਧ ਧਰਮ ਦੇ ਅਨੁਯਾਈ ਸਨ। ਤੇ ਇਸ ਤੋਂ ਬਾਅਦ ਤੀਸਰਾ ਵੰਸ਼ ਜਿਹੜਾ ਪ੍ਰਮੁੱਖ ਉਸ ਸਮੇਂ ਸੀ, ਉਹ ਸੀ ਰਾਸ਼ਟਰਕੂਟ ਵੰਸ਼। ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਦੰਤੀ ਦੁਰਗ ਨੇ 742 ਈਸਵੀ ਵਿੱਚ ਕੀਤੀ ਤੇ ਜਿਹੜਾ ਖੇਤਰ ਇਹਨਾਂ ਦਾ ਸੀ ਉਹ ਮਹਾਰਾਸ਼ਟਰ ਸੀ। ਕਲਾ ਅਤੇ ਸਿੱਖਿਆ ਦੇ ਇਹ ਸਰਪ੍ਰਸਤ ਰਹੇ ਅਤੇ ਐਲੋਰਾ ਵਿਖੇ ਕੈਲਾਸ਼ ਮੰਦਰ ਜਿਹੜਾ ਸੀ, ਇਸ ਦਾ ਨਿਰਮਾਣ ਕ੍ਰਿਸ਼ਨ ਪਹਿਲੇ ਨੇ ਕਰਵਾਇਆ ਸੀ। ਇਹ ਤੁਸੀਂ ਸਾਹਮਣੇ ਫਿਰ ਦੇਖ ਰਹੇ ਹੋ ਕਿ ਦੱਖਣ ਭਾਰਤ ਦੇ ਵਿੱਚ ਸੁੰਦਰ ਮੰਦਿਰਾਂ ਦੀਆਂ ਤਸਵੀਰਾਂ। ਹੁਣ ਅਸੀਂ ਅਭਿਆਸ ਕਰਾਂਗੇ। ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕਿਸ ਸ਼ਾਸਕ ਨੇ ਕੀਤੀ? ਦੰਤੀ ਦੁਰਗ ਨੇ। ਰਾਸ਼ਟਰਕੂਟ ਵੰਸ਼ ਦਾ ਸ਼ਾਸਨ ਕਿਹੜੇ ਵਰਤਮਾਨ ਰਾਜ ਵਿੱਚ ਸੀ? ਤੇ ਮਹਾਰਾਸ਼ਟਰ ਵਿੱਚ ਸੀ। ਕ੍ਰਿਸ਼ਨ ਪਹਿਲੇ ਨੇ ਐਲੋਰਾ ਵਿਖੇ ਕਿਸ ਮੰਦਰ ਦਾ ਨਿਰਮਾਣ ਕਰਵਾਇਆ? ਕੈਲਾਸ਼ ਮੰਦਰ ਦਾ। ਰਾਸ਼ਟਰਕੂਟ ਸ਼ਾਸਕ ਸਿੱਖਿਆ ਦੇ ਖੇਤਰ ਤੋਂ ਇਲਾਵਾ ਹੋਰ ਕਿਸ ਖੇਤਰ ਦੇ ਸਰਪ੍ਰਸਤ ਸਨ? ਕਲਾ ਦੇ ਖੇਤਰ ਵਿੱਚ। ਤੇ ਕਨੌਜ ਲਈ ਸੰਘਰਸ਼। ਆ ਤੁਸੀਂ ਭਾਰਤ ਦਾ ਨਕਸ਼ਾ ਸਾਹਮਣੇ ਦੇਖ ਰਹੇ ਹੋ ਕਿ ਇਹਨਾਂ ਵੱਖ-ਵੱਖ ਵੰਸ਼ਾਂ ਦੇ ਵਿੱਚ ਕਨੌਜ ਨੂੰ ਪ੍ਰਾਪਤ ਕਰਨ ਲਈ ਇੱਕ ਸੰਘਰਸ਼ ਛਿੜ ਗਿਆ ਸੀ, ਜਿਸ ਵਿੱਚ ਗੁਰਜਰ ਪ੍ਰਤਿਹਾਰ, ਰਾਸ਼ਟਰਕੂਟ ਅਤੇ ਪਾਲ ਇਹਨਾਂ ਸਾਰਿਆਂ ਨੇ ਭਾਗ ਲਿਆ ਸੀ। ਇੱਕ ਹੋਰ ਮਹੱਤਵਪੂਰਨ ਵੰਸ਼ ਹੈ ਜਿਸ ਦਾ ਸੰਬੰਧ ਰਾਜਪੂਤਾਨਾ ਨਾਲ ਜਾਂ ਰਾਜਸਥਾਨ ਨਾਲ ਹੈ, ਉਸ ਨੂੰ ਚੌਹਾਨ ਵੰਸ਼ ਕਹਿੰਦੇ ਹਨ। ਤੇ ਚੌਹਾਨ ਵੰਸ਼ ਦਾ ਸਭ ਤੋਂ ਪ੍ਰਮੁੱਖ ਸ਼ਾਸਕ ਸੀ ਪ੍ਰਿਥਵੀ ਰਾਜ ਚੌਹਾਨ। ਤੁਸੀਂ ਜਿਸ ਦੀ ਤਸਵੀਰ ਦੇਖ ਰਹੇ ਹੋ, ਚੰਦਰ ਬਰਦਾਈ ਨੇ ਇਸ ਦੀ ਜੀਵਨੀ ਲਿਖੀ ਸੀ, ਪ੍ਰਿਥਵੀ ਰਾਜ ਰਾਸੋ, ਅਤੇ ਇੱਕ ਸੂਰਬੀਰ ਦੇ ਤੌਰ ਤੇ ਇਸ ਨੂੰ ਪੇਸ਼ ਕੀਤਾ ਗਿਆ ਸੀ। ਤਰਾਇਨ ਦੀਆਂ 2 ਲੜਾਈਆਂ ਇਸ ਨੇ ਲੜੀਆਂ ਸੀ। ਤਰਾਇਨ ਦੀ ਪਹਿਲੀ ਲੜਾਈ 1191 ਦੇ ਵਿੱਚ ਮੁਹੰਮਦ ਗੋਰੀ ਦੇ ਨਾਲ ਹੋਈ ਅਤੇ ਮੁਹੰਮਦ ਗੋਰੀ ਨੂੰ ਪ੍ਰਿਥਵੀ ਰਾਜ ਚੌਹਾਨ ਨੇ ਹਰਾ ਦਿੱਤਾ ਸੀ। ਲੇਕਿਨ ਤਰਾਇਨ ਦੀ ਦੂਸਰੀ ਲੜਾਈ ਜਿਹੜੀ ਕਿ ਉਸ ਤੋਂ ਅਗਲੇ ਸਾਲ ਹੀ
1192 ਵਿੱਚ ਹੋਈ। ਇਸ ਵਿੱਚ ਮੁਹੰਮਦ ਗੋਰੀ ਦੇ ਹੱਥੋਂ ਪ੍ਰਿਥਵੀਰਾਜ ਚੌਹਾਨ ਦੀ ਹਾਰ ਹੋਈ ਸੀ ਤੇ ਭਾਰਤ ਵਿੱਚ ਮੁਹੰਮਦ ਗੋਰੀ ਨੇ ਆਪਣਾ ਸ਼ਾਸਨ ਸ਼ੁਰੂ ਕੀਤਾ ਸੀ। ਤਰਾਇਨ ਦੀਆਂ ਲੜਾਈਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇੱਕ ਪਾਸੇ ਮੁਹੰਮਦ ਗੋਰੀ ਅਤੇ ਦੂਸਰੇ ਪਾਸੇ ਪ੍ਰਿਥਵੀਰਾਜ ਚੌਹਾਨ। ਹੁਣ ਅਸੀਂ ਇਹਨਾਂ ਦਾ ਅਭਿਆਸ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਪ੍ਰਿਥਵੀਰਾਜ ਚੌਹਾਨ ਕਿਸ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ? ਚੌਹਾਨ ਵੰਸ਼ ਦਾ। ਪ੍ਰਿਥਵੀਰਾਜ ਚੌਹਾਨ ਨੇ ਮੁਹੰਮਦ ਗੋਰੀ ਨੂੰ ਕਿਸ ਲੜਾਈ ਵਿੱਚ ਹਰਾਇਆ ਸੀ? ਤਰਾਇਨ ਦੀ ਪਹਿਲੀ ਲੜਾਈ ਵਿੱਚ। ਮੁਹੰਮਦ ਗੋਰੀ ਨੇ ਪ੍ਰਿਥਵੀਰਾਜ ਚੌਹਾਨ ਨੂੰ ਕਿਸ ਲੜਾਈ ਵਿੱਚ ਹਰਾਇਆ ਸੀ? ਤਰਾਇਨ ਦੀ ਦੂਸਰੀ ਲੜਾਈ ਵਿੱਚ। ਤਰਾਇਨ ਦੀਆਂ ਦੋਨੋਂ ਲੜਾਈਆਂ ਦੇ ਸਾਲ ਦੱਸੋ। ਪਹਿਲੀ ਲੜਾਈ ਹੋਈ ਸੀ 1191 ਈਸਵੀ ਵਿੱਚ ਅਤੇ ਦੂਸਰੀ ਲੜਾਈ 1192 ਈਸਵੀ ਵਿੱਚ। ਸਹੀ ਜੋੜੇ ਬਣਾਓ। ਮੈਚ ਦੀ ਕਾਲਮ। ਗੁਰਜਰ ਪ੍ਰਤਿਹਾਰ ਸ਼ਾਸਕ ਕਿਹੜੇ ਰਾਜਾਂ ਵਿੱਚ ਸੀ? ਰਾਜਸਥਾਨ ਅਤੇ ਗੁਜਰਾਤ। ਤੇ ਪਾਲ ਸ਼ਾਸਕ ਬੰਗਾਲ, ਬਿਹਾਰ ਅਤੇ ਝਾਰਖੰਡ। ਰਾਸ਼ਟਰਕੂਟ ਸ਼ਾਸਕ ਜਿਹੜੇ ਸੀ ਇਹ ਦੱਖਣ ਦੇ ਵਿੱਚ ਰਾਜ ਕਰਦੇ ਸੀ ਅਤੇ ਪ੍ਰਿਥਵੀਰਾਜ ਦੀ ਹਾਰ ਤਰਾਇਨ ਦੀ ਦੂਸਰੀ ਲੜਾਈ ਵਿੱਚ ਹੋਈ ਸੀ। ਹੁਣ ਅਸੀਂ ਇੱਕ ਵਿਦੇਸ਼ੀ ਹਮਲਾਵਰ ਬਾਰੇ ਗੱਲ ਕਰਾਂਗੇ ਜਿਸ ਨੇ ਕਿ ਭਾਰਤ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਉਸ ਦਾ ਨਾਮ ਸੀ ਮਹਿਮੂਦ ਗਜਨਵੀ। ਇਹ ਗਜਨੀ ਰਾਜ ਤੋਂ ਆਇਆ ਸੀ ਜਿਹੜਾ ਕਿ ਅਫਗਾਨਿਸਤਾਨ ਵਿੱਚ ਹੈ। ਉਸਨੇ ਭਾਰਤ ਉੱਪਰ 1001 ਤੋਂ ਲੈ ਕੇ 1025 ਸਾਲਾਂ ਦੇ ਵਿੱਚ 17 ਵਾਰ ਹਮਲੇ ਕੀਤੇ ਸੀ ਤੇ ਉਸ ਦਾ ਜਿਹੜਾ ਇੱਥੋਂ ਦਾ ਉਦੇਸ਼ ਸੀ ਹਮਲਿਆਂ ਦਾ, ਉਹ ਆਪਣੇ ਰਾਜ ਦਾ ਵਿਸਤਾਰ ਕਰਨਾ ਅਤੇ ਇਸ ਦੇਸ਼ ਦੇ ਧਨ ਨੂੰ ਲੁੱਟਣਾ ਸੀ। ਇਸ ਦੇ ਹਮਲਿਆਂ ਵਿੱਚ ਸਭ ਤੋਂ ਪ੍ਰਮੁੱਖ ਹਮਲਾ 16ਵਾਂ ਹਮਲਾ ਸੀ ਜਿਹੜਾ ਕਿ ਸੋਮਨਾਥ ਦੇ ਮੰਦਿਰ ਤੇ ਇਸ ਨੇ ਧਨ ਨੂੰ ਅਤੇ ਸੋਨੇ ਨੂੰ ਲੁੱਟਣ ਲਈ ਕੀਤਾ ਸੀ। ਹੁਣ ਅਭਿਆਸ ਕਰਦੇ ਹਾਂ ਸਹੀ ਗਲਤ। ਮਹਿਮੂਦ ਗਜਨਵੀ ਗੋਰੀ ਰਾਜ ਦਾ ਸ਼ਾਸਕ ਸੀ, ਤਾਂ ਇਹ ਗਲਤ ਹੈ। ਉਹ ਗਜਨਵੀ ਰਾਜ ਦਾ ਸ਼ਾਸਕ ਸੀ। ਗੋਰੀ ਰਾਜ ਦਾ ਸ਼ਾਸਕ ਮੁਹੰਮਦ ਗੋਰੀ ਸੀ। ਮਹਿਮੂਦ ਗਜਨਵੀ ਆਪਣੇ ਰਾਜ ਦਾ ਵਿਸਥਾਰ ਨਹੀਂ ਕਰਨਾ ਚਾਹੁੰਦਾ ਸੀ, ਸੋ ਇਹ ਵੀ ਗਲਤ ਹੈ। ਆਪਾਂ ਉਸ ਦੇ ਉਦੇਸ਼ਾਂ ਵਿੱਚ ਪੜ੍ਹਿਆ ਸੀ ਕਿ ਮਹਿਮੂਦ ਗਜਨਵੀ ਨੇ ਭਾਰਤ ਦੇ ਉੱਪਰ ਹਮਲੇ ਜਿਹੜੇ ਕੀਤੇ ਆਪਣੇ ਰਾਜ ਦਾ ਵਿਸਥਾਰ ਕਰਨ ਲਈ ਹੀ ਕੀਤੇ ਸੀ। ਮਹਿਮੂਦ ਗਜਨਵੀ ਨੇ ਭਾਰਤ ਦੇ ਉੱਪਰ 17 ਵਾਰ ਹਮਲੇ ਕੀਤੇ। ਇਹ ਬਿਲਕੁਲ ਠੀਕ ਹੈ। ਮਹਿਮੂਦ ਗਜਨਵੀ ਨੇ ਭਾਰਤ ਉੱਤੇ ਧਨ ਦੀ ਪ੍ਰਾਪਤੀ ਲਈ ਹਮਲੇ ਕੀਤੇ। ਇਹ ਵੀ ਉਸ ਦਾ ਇੱਕ ਉਦੇਸ਼ ਸੀ ਤੇ ਇਹ ਵੀ ਆਨਸਰ ਸਹੀ ਹੈ। ਮੁਹੰਮਦ ਗੋਰੀ ਬਾਰੇ ਵੀ ਕੁਝ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਾਹਮਣੇ ਤਸਵੀਰ ਤੁਸੀਂ ਦੇਖ ਰਹੇ ਹੋ ਮੁਹੰਮਦ ਗੋਰੀ ਦੀ ਹੈ, ਜਿਸ ਦੇ ਨਾਲ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਪ੍ਰਿਥਵੀਰਾਜ ਚੌਹਾਨ ਦੇ 2 ਤਰਾਇਨ ਦੀਆਂ ਲੜਾਈਆਂ ਹੋਈਆਂ ਸੀ। ਮੁਹੰਮਦ ਗੋਰੀ ਜਿਹੜਾ ਸੀ ਇਹ ਵੀ ਗੌਰ ਰਾਜ ਤੋਂ ਆਇਆ ਸੀ ਜਿਹੜਾ ਕਿ ਅਫਗਾਨਿਸਤਾਨ ਵਿੱਚ ਹੈ ਤੇ ਤਰਾਇਨ ਦੀ ਦੂਸਰੀ ਲੜਾਈ ਦੇ ਵਿੱਚ ਪ੍ਰਿਥਵੀਰਾਜ ਚੌਹਾਨ ਨੂੰ 1192 ਵਿੱਚ ਹਰਾ ਕੇ ਤੇ ਉਸਨੇ ਭਾਰਤ ਵਿੱਚ ਗੌਰ ਵੰਸ਼ ਦੀ ਸਥਾਪਨਾ ਕੀਤੀ। ਚੰਦਵਾੜਾ ਦੀ ਲੜਾਈ 1194 ਈਸਵੀ ਵਿੱਚ ਕਨੌਜ ਦੇ ਰਾਜਾ ਜੈ ਚੰਦ ਨੂੰ ਹਰਾ ਕੇ ਭਾਰਤ ਵਿੱਚ ਇੱਕ ਵਿਸ਼ਾਲ ਤੁਰਕ ਸਾਮਰਾਜ ਦੀ ਸਥਾਪਨਾ ਕੀਤੀ। ਖਾਲੀ ਥਾਵਾਂ ਭਰੋ। ਮੁਹੰਮਦ ਗੋਰੀ ਅਫਗਾਨਿਸਤਾਨ ਦੇ ਗੌਰ ਰਾਜ ਦਾ ਰਾਜਾ ਸੀ। ਮੁਹੰਮਦ ਗੋਰੀ ਦਾ ਭਾਰਤ ਉੱਤੇ ਰਾਜ ਦਾ ਸ਼ਾਸਨ ਸਥਾਪਿਤ ਕਰਨ ਲਈ ਹਮਲੇ ਕੀਤੇ। ਤਰਾਇਨ ਦੀ ਦੂਸਰੀ ਲੜਾਈ ਵਿੱਚ ਪ੍ਰਿਥਵੀਰਾਜ ਚੌਹਾਨ ਨੂੰ ਹਰਾਇਆ। ਮੁਹੰਮਦ ਗੋਰੀ ਨੇ ਕਨੌਜ ਦੇ ਰਾਜਾ ਜੈ ਚੰਦ ਨੂੰ ਚੰਦਵਾੜਾ ਦੀ ਲੜਾਈ ਵਿੱਚ ਹਰਾਇਆ ਸੀ। ਅਸੀਂ ਹੁਣ ਇਹਨਾਂ ਸਾਰਿਆਂ ਦੇ ਸਾਂਝੇ ਅਭਿਆਸ ਲਈ ਕਰਾਂਗੇ। ਸਹੀ ਜੋੜੇ ਬਣਾਓ। ਨਾਗਾ ਭੱਟ ਕੌਣ ਸੀ? ਪ੍ਰਤਿਹਾਰ ਵੰਸ਼ ਦਾ ਮੋਢੀ। ਤੇ ਗੋਪਾਲ ਪਾਲ ਵੰਸ਼ ਦੀ ਸਥਾਪਨਾ ਕਰਨ ਵਾਲਾ ਸੀ। ਦੰਤੀ ਦੁਰਗ ਰਾਸ਼ਟਰਕੂਟ ਵੰਸ਼ ਦਾ ਮੋਢੀ ਸੀ। ਕ੍ਰਿਸ਼ਨ ਪਹਿਲਾ ਜਿਹੜਾ ਸੀ ਉਸਨੇ ਕੈਲਾਸ਼ ਮੰਦਰ ਦਾ ਨਿਰਮਾਣ ਕੀਤਾ। ਤਿਕੋਣਾ ਸੰਘਰਸ਼ ਕਨੌਜ ਦੀ ਪ੍ਰਾਪਤੀ ਲਈ ਲੜਿਆ ਗਿਆ। ਮਹਿਮੂਦ ਗਜਨਵੀ ਨੇ ਭਾਰਤ ਉੱਤੇ 17 ਵਾਰ ਹਮਲੇ ਕੀਤੇ। ਤਰਾਇਨ ਦੀ ਦੂਸਰੀ ਲੜਾਈ ਮੁਹੰਮਦ ਗੋਰੀ ਦੀ ਜਿੱਤ ਹੋਈ। ਧੰਨਵਾਦ।